ਕੌਮੀ ਨਾਇਕ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਗਿੱਦੜਬਾਹਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਨਹੀਂ ਲੜੇਗਾ। ਭਾਈ ਸਰਬਜੀਤ ਸਿੰਘ ਖਾਲਸਾ ਨੇ ਜਦੋਂ ਅਨਾਉਂਸ ਕੀਤਾ ਉਸ ਤੋਂ ਬਾਅਦ ਅਸੀਂ ਵੀ ਆਪਦਾ ਸਾਰਾ ਉੱਥੇ ਇਲੈਕਸ਼ਨ ਕੰਪੇਨ ਸਟਾਰਟ ਕਰਤੀ। ਪਰ ਜਿਵੇਂ ਵਿਚਰੇ ਉਸ ਤੋਂ ਬਾਅਦ ਇਹ ਦੇਖਿਆ ਜਿਵੇਂ ਇੱਕ ਹੋਰ ਉੱਥੇ ਪੰਥਕ ਆਗੂ ਉਹਨਾਂ ਨੇ ਵੀ ਆਪਦਾ ਅਨਾਉਂਸ ਕਰਤਾ। ਚਲੋ ਜੇ ਸੀਟ ਛੱਡਣੀ ਵੀ ਪੈਂਦੀ ਹੈਗੀ ਤਾਂ ਆਪਣੇ ਪੰਥ ਪਿੱਛੇ ਜੇ ਬਾਈ ਬਹੁਤ ਕੁਛ ਬਾਈ ਨੇ ਪੰਥ ਪਿੱਛੇ ਛੱਡਿਆ ਹੈਗਾ ਤੇ ਆਪਾਂ ਨੂੰ ਤਾਂ ਇੱਕ ਸੀਟ ਹੀ ਹੈ ਵੀ ਆਪਾਂ ਵੀ ਛੱਡ ਦਿੰਦੇ ਹਾਂ, ਕੋਈ ਗੱਲ ਨਹੀਂ। ਦੀਪ ਸਿੱਧੂ ਦੀ ਬਣਾਈ ਜਥੇਬੰਦੀ ਵਾਰਿਸ ਪੰਜਾਬ ਦੇ ਦੂਜੇ ਮੁਖੀ ਨੇ ਭਾਈ ਅਮਰਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ। ਉਹਨਾਂ ਦਾ ਸਮਰਥਨ ਸੀ, ਉਹਨਾਂ ਦੇ ਪਰਿਵਾਰ ਦਾ ਸਮਰਥਨ ਮਨਦੀਪ ਸਿੱਧੂ ਉਹਨਾਂ ਨੂੰ ਸੀ। ਡਿੰਪੀ ਢਿੱਲੋਂ ਸਿਆਸੀ ਧਿਰ ਦੇ ਵੱਲੋਂ ਜਿਹੜੇ ਨੇ ਕੈਂਡੀਡੇਟ ਸੀ, ਕਹਿੰਦੇ ਕੈਂਡੀਡੇਟ ਹੀ ਸਾਹਮਣੇ ਵਾਲੀ ਧਿਰ ਦੇ ਵੱਲੋਂ ਇੰਨੇ ਮਜ਼ਬੂਤ ਦੇ ਦਿੱਤੇ ਗਏ ਸੀ। ਸੰਭਾਵੀ ਉਮੀਦਵਾਰ ਸ਼ੁਰੂ ਤੋਂ ਚੱਲੇ ਆ ਰਹੇ ਸੀ ਡਿੰਪੀ ਢਿੱਲੋਂ, ਹਾਲਾਂਕਿ ਉਹਨਾਂ ਦਾ ਅਨਾਉਂਸ ਕਾਫੀ ਬਾਅਦ ਦੇ ਵਿੱਚ ਕੀਤਾ ਗਿਆ। ਕਹਿੰਦੇ ਉਹਨਾਂ ਤੋਂ ਡਰ ਗਏ ਨੇ ਪੰਥਕ ਧਿਰ। ਜਿਹੜੀ ਇਹ ਗੱਲ ਹੁੰਦੀ ਹੈ ਕਿ ਇਹ ਪੰਥਕ ਜੇ ਆਪਾਂ ਦੂਸਰੇ ਕੈਂਡੀਡੇਟ ਗੱਲ ਕਰੀਏ ਤਾਂ ਫਿਰ ਖਡੂਰ ਸਾਹਿਬ ਦੀ ਸੀਟ ਤੇ ਵੀ ਸੀਗੇ, ਫਰੀਦਕੋਟ ਵਾਲੀ ਸੀਟ ਤੇ ਵੀ ਸੀ, ਉਦੋਂ ਵੀ ਸਾਰੀਆਂ ਪਾਰਟੀਆਂ ਸੀਗੀਆਂ ਉਦੋਂ, ਪਰ ਪੰਥ 'ਚ ਵਖਰੇਵਾਂ ਨਹੀਂ ਸੀਗਾ। ਕਾਫੀ ਲੋਕ ਇਹ ਵੀ ਕਹਿੰਦੇ ਵੀ ਸੁਖਰਾਜ ਸਿੰਘ ਦੀ ਅੜੀ ਕਰਕੇ ਪੰਥਕ ਧਿਰਾਂ ਹਾਰ ਗਈ। ਜੇ ਆਪਦਾ ਇੰਡੀਵਿਜੂਅਲ ਕੈਰੀਅਰ ਜੇ ਮੈਂ ਉਹੀ ਗੱਲ ਕਰਾਂ ਬਾਈ ਦੀਪ ਨੇ ਦੇਖਣਾ ਹੁੰਦਾ ਜਾਂ ਅਸੀਂ ਐਜ਼ ਅ ਪਰਿਵਾਰਕ ਦੇਖਣਾ ਹੁੰਦਾ ਤਾਂ ਅਸੀਂ ਬਹੁਤ ਪਹਿਲਾਂ ਪੋਲੀਟੀਕਲ ਬੈਨੀਫਿਟਸ ਬਹੁਤ ਪਾਰਟੀਆਂ ਤੋਂ ਲੈ ਸਕਦੇ ਸੀਗੇ। ਮਲਾਲ ਹੈ ਉਮੀਦਵਾਰੀ ਛੱਡਣ ਦਾ, ਕਿਉਂਕਿ ਉਸ ਹਲਕੇ ਦੇ ਵਿੱਚ ਗੱਲਾਂ ਇਹ ਵੀ ਉੱਠ ਰਹੀਆਂ ਸੀ ਕਿ ਜੇਕਰ ਪੰਥਕ ਉਮੀਦਵਾਰ ਦੇ ਤੌਰ ਤੇ ਕੋਈ ਇਹ ਸੀਟ ਜਿੱਤ ਸਕਦਾ ਤਾਂ ਉਸ ਦੇ ਵਿੱਚ ਮਨਦੀਪ ਸਿੱਧੂ ਸਭ ਤੋਂ ਜ਼ਿਆਦਾ ਤਕੜਾ ਉਮੀਦਵਾਰ ਨਿਕਲ ਕੇ ਸਾਹਮਣੇ ਆ ਸਕਦਾ। ਦੀਪ ਬਾਈ ਦੀ ਸੋਚ ਕੀ ਕਹਿੰਦੀ ਸੀ ਪੰਜਾਬ ਦੀ ਮੌਜੂਦਾ ਸਿਆਸਤ ਨੂੰ ਲੈ ਕੇ, ਕਿਉਂਕਿ ਕਾਫੀ ਸਪੀਚਾਂ ਵੀ ਬਾਈ ਦੀਆਂ ਇਸ ਬਾਰੇ ਅਕਸਰ ਸੁਣਨ ਨੂੰ ਮਿਲਦੀਆਂ ਨੇ। ਐਕਟਿਵ ਪੋਲਿਟਿਕਸ ਬਾਰੇ ਬਾਈ ਦੀ ਸੋਚ 27 ਦਾ ਐਲਾਨ ਕਰ ਰਹੇ ਹੋ ਸਿੱਧਾ ਕਿ 27 ਦੇ ਵਿੱਚ ਅਮਰਤਪਾਲ ਸਿੰਘ ਉਹਨਾਂ ਦੇ ਸਾਥੀ ਤੇ ਮਨਦੀਪ ਸਿੱਧੂ ਸਿੱਧੇ ਐਕਟਿਵ ਪੋਲਿਟਿਕਸ ਦੇ ਵਿੱਚ ਆ ਰਹੇ ਨੇ। ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਸਿਆਸੀ ਪਾਰਟੀਆਂ ਇਹਨਾਂ ਚੋਣਾਂ ਨੂੰ ਜਿੱਤਣ ਦੇ ਵੱਡੇ ਦਾਅਵੇ ਕਰਨੇ ਸ਼ੁਰੂ ਕਰ ਚੁੱਕੀਆਂ ਨੇ, ਪਰ ਇਸ ਸਭ ਦੇ ਵਿਚਾਲੇ ਇੱਕ ਖਬਰ ਆਉਂਦੀ ਆ ਕਿ ਕੌਮੀ ਨਾਇਕ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਗਿੱਦੜਬਾਹਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਨਹੀਂ ਲੜੇਗਾ। ਆਖਰ ਕੀ ਕਾਰਨ ਰਹਿੰਦੇ ਨੇ ਜਦੋਂ ਇੱਕ ਸਮੇਂ ਮਨਦੀਪ ਸਿੱਧੂ ਨੂੰ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਅਚਾਨਕ ਮਨਦੀਪ ਸਿੱਧੂ ਇਸ ਚੋਣ ਅਖਾੜੇ ਤੋਂ ਪਿੱਛੇ ਹਟ ਜਾਂਦੇ ਨੇ। ਇਸੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਖੁਦ ਮਨਦੀਪ ਸਿੰਘ ਸਿੱਧੂ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਵਧੀਆ ਬਾਈ। ਸਿੱਧੂ ਸਾਹਿਬ, ਅਚਾਨਕ ਸਿੱਧਾ ਹੀ ਸਵਾਲ ਆ, ਐਮਪੀ ਸਾਹਿਬ ਐਲਾਨ ਕਰਦੇ ਨੇ, ਹਲਕੇ ਦੇ ਵਿੱਚ ਜਾਂਦੇ ਹੋ, ਪਰ ਅਚਾਨਕ ਇਹ ਬਦਲਾਵ ਕਿਵੇਂ? ਨਹੀਂ ਦੇਖੋ, ਜਿਵੇਂ ਬਾਈ ਸਰਬਜੀਤ ਸਿੰਘ ਖਾਲਸਾ ਨੇ ਜਦੋਂ ਅਨਾਉਂਸ ਕੀਤਾ ਉਸ ਤੋਂ ਬਾਅਦ ਅਸੀਂ ਵੀ ਆਪਦਾ ਸਾਰਾ ਉੱਥੇ ਇਲੈਕਸ਼ਨ ਕੰਪੇਨ ਸਟਾਰਟ ਕਰਤੀ। ਪਰ ਜਿਵੇਂ ਵਿਚਰੇ ਉਸ ਤੋਂ ਬਾਅਦ ਇਹ ਦੇਖਿਆ ਜਿਵੇਂ ਇੱਕ ਹੋਰ ਉੱਥੇ ਪੰਥਕ ਆਗੂ ਉਹਨਾਂ ਨੇ ਵੀ ਆਪਦਾ ਅਨਾਉਂਸ ਕਰਤਾ। ਫਿਰ ਸਾਡੀ ਆਪਸ 'ਚ ਅਸੀਂ ਗੱਲਬਾਤ ਵੀ ਹੋਈ ਹੈਗੀ, ਕਿਉਂਕਿ ਜਿਵੇਂ ਜੇ ਆਪਾਂ ਗੱਲ ਕਰੀਏ ਬਾਈ ਦੀਪ ਕਹਿੰਦਾ ਹੁੰਦਾ ਸੀਗਾ ਵੀ ਆਪਾਂ ਸਾਰੇ ਪੰਥਕ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਕਰਨੇ ਆ, ਤਾਂ ਅਸੀਂ ਇਹ ਸੋਚਿਆ ਵੀ ਆਪਾਂ ਪਹਿਲਾਂ ਸਭ ਨੂੰ ਇਕੱਠਿਆਂ ਕਰੀਏ। ਜੇ ਉਹ ਬਾਈ ਹੁਣ ਨਹੀਂ ਮੰਨੇ, ਚਲੋ ਉਹਨਾਂ ਨੇ ਕਿਹਾ ਵੀ ਅਸੀਂ ਇਲੈਕਸ਼ਨ ਲੜਨੀ ਹੈਗੀ, ਤਾਂ ਉਹਦੇ ਕਰਕੇ ਫਿਰ ਅਸੀਂ ਇਹ ਫੈਸਲਾ ਲਿਆ ਵੀ ਆਪਣਾ ਜੇ ਆਪਾਂ ਬਾਈ ਦੇ ਕਹਿਣੇ ਤੇ ਹੀ ਚੱਲੀਏ ਵੀ ਆਪਾਂ ਸਭ ਨੂੰ ਇਕੱਠਿਆਂ ਕਰੀਏ, ਵੀ ਆਪਾਂ ਪੰਥ 'ਚ ਵਖਰੇਵਾਂ ਨਹੀਂ ਪਾਉਣਾ ਇੱਕ ਤਰ੍ਹਾਂ ਨਾਲ, ਵੀ ਆਪਾਂ ਵਖਰੇਵਾਂ ਨਾ ਪਾਈਏ ਤੇ ਆਪਾਂ ਇਕੱਠਿਆਂ ਹੋ ਕੇ ਚੱਲੀਏ। ਐਟਲੀਸਟ ਜੇ ਆਪਾਂ ਨੂੰ ਹੁਣ ਮੰਨ ਲਓ ਚਲੋ ਜੇ ਸੀਟ ਛੱਡਣੀ ਵੀ ਪੈਂਦੀ ਹੈਗੀ ਤਾਂ ਆਪਣੇ ਪੰਥ ਪਿੱਛੇ ਜੇ ਬਾਈ ਬਹੁਤ ਕੁਛ ਬਾਈ ਨੇ ਪੰਥ ਪਿੱਛੇ ਛੱਡਿਆ ਹੈਗਾ ਤੇ ਆਪਾਂ ਨੂੰ ਤਾਂ ਇੱਕ ਸੀਟ ਹੀ ਹੈ ਵੀ ਆਪਾਂ ਵੀ ਛੱਡ ਦਿੰਦੇ ਹਾਂ, ਕੋਈ ਗੱਲ ਨਹੀਂ, ਪਰ ਆਪਾਂ ਸਾਰਿਆਂ ਨੂੰ ਇਕੱਠਿਆਂ ਲੈ ਕੇ ਇੱਕ ਹੋ ਕੇ ਚੱਲਣਾ ਹੀ। ਤੁਸੀਂ ਨੇ ਕਿਹਾ ਵੀ ਇੱਕ ਹੋ ਕੇ ਚੱਲਣਾ ਚਾਹੁੰਦੇ ਸੀ, ਬਾਈ ਦੀਪ ਵੀ ਇਹੀ ਗੱਲਾਂ ਕਹਿੰਦੇ ਹੁੰਦੇ ਸੀ ਕਿ ਇੱਕ ਝੰਡੇ ਥੱਲੇ ਇਕੱਠੇ ਹੋਣਾ। ਇਹ ਇੱਕ ਹੋ ਕੇ ਚੱਲਣ ਦੀਆਂ ਕੋਸ਼ਿਸ਼ਾਂ ਪਹਿਲਾਂ ਨਹੀਂ ਆਰੰਭੀਆਂ ਗਈਆਂ ਸੀ? ਤੁਹਾਡੀ ਉਮੀਦਵਾਰੀ ਜਦੋਂ ਐਲਾਨੀ ਨਹੀਂ ਗਈ ਸੀ ਮੈਂਬਰ ਪਾਰਲੀਮੈਂਟ ਸਰਬਜੀਤ ਉਹਨਾਂ ਦੇ ਵੱਲੋਂ, ਉਸ ਤੋਂ ਪਹਿਲਾਂ ਇਹ ਕੋਸ਼ਿਸ਼ਾਂ ਨਹੀਂ ਸੀ ਕੀਤੀਆਂ ਗਈਆਂ ਕਿ ਸੁਖਰਾਜ ਉਹਨਾਂ ਦੇ ਨਾਲ ਗੱਲ ਕੀਤੀ ਜਾਵੇ ਜਾਂ ਹੋਰ ਜਿਹੜੇ ਪੰਥਕ ਆਗੂ ਉੱਥੇ ਵਿਚਰਦੇ ਨੇ ਉਹਨਾਂ ਦੇ ਨਾਲ ਕੋਈ ਗੱਲ? ਨਹੀਂ ਦੇਖੋ, ਗੱਲ ਸਾਰਿਆਂ ਨਾਲ ਹੋ ਕੇ ਹੀ ਕੀਤੀ ਗਈ ਸੀ, ਕਿਉਂਕਿ ਜੇ ਹੁਣ ਆਪਾਂ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਪਰਿਵਾਰ ਨਾਲ, ਉਹਨਾਂ ਨਾਲ ਵੀ ਭਾਈ ਸਾਹਿਬ ਨਾਲ ਵੀ ਮੈਂ ਜੇਲ੍ਹ 'ਚ ਵੀ ਵਿਜ਼ਿਟ ਕਰਕੇ ਆਇਆ ਸੀ, ਉੱਥੇ ਵੀ ਗੱਲ ਹੋਈ ਸੀ, ਸਭ ਨਾਲ ਗੱਲ ਕਰਕੇ ਹੀ ਹੋਈ ਸੀ। ਪਰ ਇਹ ਪਤਾ ਨਹੀਂ ਆਲ ਆਫ ਅ ਸਡਨ ਵੀ ਕਿੱਥੋਂ ਜੇ ਆਪਾਂ ਕਹੀਏ ਵੀ ਇਹਨਾਂ ਨੇ ਵੀ ਆਪਦਾ
ਕੈਂਡੀਡੇਚਰ ਅਨਾਉਂਸ ਕਰਤਾ ਤੇ ਫਿਰ ਇਹ ਕਹਿੰਦੇ ਵੀ ਅਸੀਂ, ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਵੀ ਗੱਲਬਾਤ ਹੋਣ ਦੇ ਬਾਵਜੂਦ ਵੀ ਇੰਨਾ ਇੱਕ ਸੀਟ ਤੇ ਸਟਿਕ ਹੋਣਾ, ਉਹ ਸਮਝ ਨਹੀਂ ਲੱਗੀ। ਚਲੋ ਫਿਰ ਵੀ ਆਪਾਂ ਕਹਿੰਦੇ ਆ ਵੀ ਆਪਾਂ ਪੰਥਕ ਵਖਰੇਵਾਂ ਨਾ ਖੜਾ ਕਰੀਏ, ਜਿੰਨੇ ਇਕੱਠੇ ਲੈ ਕੇ ਚੱਲਾਂਗੇ ਉਹੀ ਆਪਣੇ ਪੰਥ ਲਈ ਗਾਂ ਫਿਊਚਰ ਲਈ ਆਪਾਂ ਸੋਚ ਕੇ ਚੱਲਦੇ ਆਂਗੇ ਵੀ ਆਪਾਂ ਏਕੇ 'ਚ ਰਹਿ ਕੇ ਚੱਲੀਏ। ਉਹੀ ਬਾਈ ਦੇ ਸ਼ਬਦ ਜੋ ਸੀਗੇ ਵੀ ਇਕੱਠਿਆਂ ਵਾਲੇ ਆਪਾਂ ਵੀ ਇਕੱਠੇ ਕਰੀਏ, ਬਾਕੀ ਜੋ ਰੱਬ ਨੂੰ ਮਨਜ਼ੂਰ ਆ ਜੀ, ਜੋ ਗੁਰੂ ਮਹਾਰਾਜ ਨੂੰ ਉਹਦੇ ਹਿਸਾਬ ਨਾਲ ਹੀ ਹੋਣਾਗਾ ਵੀ ਆਪਾਂ ਐਟਲੀਸਟ ਆਪਣੀ ਇੰਨੀ ਕੁ ਕੋਸ਼ਿਸ਼ ਕਰੀਏ ਵੀ ਆਪਾਂ ਸਭ ਨੂੰ ਇਕੱਠੇ ਕਰ ਸਕੀਏ। ਦੀਪ ਸਿੱਧੂ ਦੀ ਬਣਾਈ ਜਥੇਬੰਦੀ ਵਾਰਿਸ ਪੰਜਾਬ ਦੇ ਦੂਜੇ ਮੁਖੀ ਨੇ ਭਾਈ ਅਮਰਤਪਾਲ ਸਿੰਘ, ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ। ਉਹਨਾਂ ਦਾ ਸਮਰਥਨ ਸੀ, ਉਹਨਾਂ ਦੇ ਪਰਿਵਾਰ ਦਾ ਸਮਰਥਨ ਮਨਦੀਪ ਸਿੱਧੂ ਉਹਨਾਂ ਨੂੰ ਸੀ, ਕਿਉਂਕਿ ਇੱਕ ਵਕੀਲ ਵੀ ਹੋ ਭਾਈ ਅਮਰਤਪਾਲ ਸਿੰਘ ਨੂੰ ਇੱਕ ਵਕੀਲ ਦੀ ਹੈਸੀਅਤ ਦੇ ਨਾਲ ਮਿਲ ਵੀ ਸਕਦੇ ਹੋ। ਬਿਲਕੁਲ ਉਹਨਾਂ ਦਾ ਸੀਗਾ, ਕਿਉਂਕਿ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ MP ਸਾਹਿਬ ਨੇ ਅਨਾਉਂਸ ਕੀਤਾ ਗਾ, ਉਸ ਦਿਨ ਬਾਪੂ ਜੀ ਵੀ ਸਾਡੇ ਨਾਲ ਹੀ ਸੀਗੇ ਤੇ ਪਰਿਵਾਰ ਦਾ ਵੀ ਉਹਨਾਂ ਦਾ ਸਾਥ ਮੇਰੇ ਨਾਲ, ਕਿਉਂਕਿ ਜਦੋਂ ਅਸੀਂ ਵਿਚਰੇ ਆ ਹਲਕੇ ਵਿੱਚ ਉਦੋਂ ਵੀ ਕੰਪੇਨ ਕੀਤੀ ਤਾਂ ਉਹ ਨਾਲ ਹੀ ਸੀਗੇ। ਭਾਈ ਸਰਬਜੀਤ ਸਿੰਘ ਖਾਲਸਾ ਵੀ ਨਾਲ ਸੀ, ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਬਾਪੂ ਜੀ ਬਾਪੂ ਤਰਸੇਮ ਸਿੰਘ ਵੀ ਸਾਡੇ ਨਾਲ ਸੀਗੇ, ਤਾਂ ਉਹ ਤਾਂ ਮੇਰੇ ਨਾਲ ਇਕੱਠੇ ਹੋ ਕੇ ਅਸੀਂ ਤਾਂ ਇੱਕ ਤਰ੍ਹਾਂ ਨਾਲ ਵੀ ਕੰਪੇਨ ਆਪਦੀ ਸਟਾਰਟ ਵੀ ਕਰਤੀ ਸੀ, ਵਿਚਰਨਾ ਵੀ ਸ਼ੁਰੂ ਕਰਤਾ ਸੀਗਾ। ਪਰ ਫਿਰ ਉਹੀ ਗੱਲ ਆ ਗਈ ਜਦੋਂ ਉਹਨਾਂ ਨਾਲ ਵੀ ਗੱਲ ਹੋਈ ਤੇ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਵੀ ਗੱਲ ਹੋਈ। ਉਹਨਾਂ ਦਾ ਵੀ ਮੈਂ ਬਹੁਤ ਸਤਿਕਾਰ ਕਰਦਾ MP ਸਾਹਿਬ ਦਾ, ਵੀ ਉਹਨਾਂ ਨੇ ਮੇਰੇ ਤੇ ਐਡਾ ਮਾਣ ਬਖਸ਼ਿਆ ਵੀ ਇਸ ਲਾਇਕ ਮੈਨੂੰ ਸਮਝਿਆ ਵੀ ਮੈਂ ਉਸ ਏਰੀਏ 'ਚੋਂ ਉੱਥੋਂ ਇਲੈਕਸ਼ਨ ਕੰਟੈਸਟ ਐਜ਼ ਅ ਪੰਥਕ ਉਮੀਦਵਾਰ ਕਰ ਸਕਦਾ। ਪਰ ਠੀਕ ਆ, ਫਿਰ ਉਹਨਾਂ ਨੂੰ ਵੀ ਸਮਝਾਇਆ ਵੀ ਆਪਾਂ ਨੂੰ ਪੰਥਕ ਵਖਰੇਵਾਂ ਨਹੀਂ ਕਰਨਾ ਚਾਹੀਦਾ ਗਾ ਸਾਰੇ, ਕਿਉਂਕਿ ਇਹ ਪਾੜ ਪਾਉਣ ਵਾਲੀ ਗੱਲ ਆ ਜਾਂਦੀ ਆ। ਆਪਾਂ ਪੰਥ ਨੂੰ ਤਾਂ ਹੀ ਅੱਗੇ ਲੈ ਕੇ ਜਾ ਸਕਦੇ ਹਾਂ ਜੇ ਆਪਾਂ ਇੱਕ ਹੋਵਾਂਗੇ। ਪਹਿਲਾਂ ਆਪਾਂ ਆਪਣੇ ਆਪ 'ਚ ਇੱਕ ਹੋਈਏ ਤੇ ਫਿਰ ਹੀ ਆਪਾਂ, ਕਿਉਂਕਿ ਆਪਣੇ ਮੁਕਾਬਲਾ ਬਹੁਤ ਵੱਡੀਆਂ ਧਿਰਾਂ ਨਾਲ ਹੁੰਦਾ ਗਾ। ਜਦੋਂ ਵੀ ਜੇ ਆਪਾਂ ਪੋਲੀਟੀਕਲ ਕੈਰੀਅਰ ਦੀ ਗੱਲ ਕਰੀਏ, ਪੋਲੀਟੀਕਲੀ ਆਪਣਾ ਬਹੁਤ ਵੱਡਿਆਂ ਨਾਲ ਮੁਕਾਬਲਾ ਹੋਣਾ, ਮੌਜੂਦਾ ਸਰਕਾਰਾਂ ਨਾਲ ਵੀ ਹੋਣਾ ਗਾ, ਚਾਹੇ ਉਹ ਸਟੇਟ ਦੀ ਆ ਚਾਹੇ ਸੈਂਟਰ ਦੀ ਆ। ਜੇ ਆਪਾਂ ਹੀ ਆਪਣੇ ਵਿੱਚ ਵੱਖ ਹੋ ਜਾਵਾਂਗੇ ਤਾਂ ਫਿਰ ਆਪਣਾ ਮੁਕਾਬਲਾ ਆਪਣੇ 'ਚ ਰਹਿ ਜਾਂਦਾ, ਆਪਾਂ ਦੂਸਰੇ ਨਾਲ ਨਹੀਂ ਲੜ ਸਕਦੇਗੇ। ਤਾਂ ਇਹੀ ਫੈਸਲਾ ਫਿਰ ਲਿਆ ਗਿਆ। ਫਿਰ ਭਾਈ ਉੱਥੇ ਮੈਂ ਅਸਾਮ ਵੀ ਗਿਆ ਸੀ, ਡਿਬਰੂਗੜ੍ਹ ਜੇਲ੍ਹ 'ਚ, ਉੱਥੇ ਵੀ ਗੱਲ ਹੋਈ ਹੈਗੀ। ਫਿਰ ਵਿੱਚੋਂ ਇਹ ਵੀ ਗੱਲ ਹੋਈ ਵੀ ਭਾਈ ਸਾਹਿਬ ਨੇ ਕਿਹਾ ਵੀ ਮੇਰੀ ਪੈਰੋਲ 'ਤੇ ਵਰਕ ਕਰੋ, ਅਸੀਂ ਉਸ 'ਤੇ ਵੀ ਲੱਗੇ। ਪਰ ਇਲੈਕਸ਼ਨ ਹੀ ਇੰਨੀ ਜਲਦੀ ਆਲ ਆਫ ਸਡਨ ਅਨਾਊਂਸ ਹੋ ਗਈ ਹੈਗੀ ਤੇ ਉਸ ਤੋਂ ਬਾਅਦ ਦੂਸਰੇ ਜਿਹੜੇ ਆਪਣੇ ਕੈਂਡੀਡੇਟ ਪੰਥਕ ਹੈਗੇ ਆ ਉਹ ਥੋੜ੍ਹਾ ਜਿਵੇਂ ਕਹਿ ਲਈਏ ਹੱਠ ਹੀ ਕਰਕੇ ਬਹਿ ਗਏ ਹੈਗੇ। ਤਾਂ ਇਹੀ ਸਾਰਿਆਂ ਦਾ ਫੈਸਲਾ ਹੋਇਆ। ਜਿਵੇਂ ਉੱਥੇ ਬਾਈ ਕਲਸੀ ਨਾਲ ਵੀ ਗੱਲ ਹੋਈ ਸੀ, ਉਹਨਾਂ ਨਾਲ ਵੀ ਇਹੀ ਹੋਈ ਤੇ ਫਿਰ ਇਹੀ ਫੈਸਲਾ ਲਿਆ ਗਿਆ ਸੀਗਾ ਵੀ ਆਪਾਂ ਵੀ ਇਹ ਜਿਮਨੀ ਚੋਣ ਤੋਂ ਪਿੱਛੇ ਹਟ ਜਾਈਏ ਤੇ ਆਪਾਂ ਪੰਥ 'ਚ ਏਕੇ ਦਾ ਸਬੂਤ ਪੇਸ਼ ਕਰੀਏ। ਪੰਥਕ ਏਕਤਾ ਦੀ ਤੁਸੀਂ ਗੱਲ ਕਰ ਰਹੇ ਹੋ, ਪਰ ਇੱਕ ਗਲਿਆਰਾ ਇੱਕ ਧਿਰ ਜਿਹੜੀ ਆ ਉਹ ਇਹ ਕਹਿਣਾ ਸ਼ੁਰੂ ਕਰ ਚੁੱਕੀ ਆ ਕਿ ਤੁਸੀਂ ਵੀ ਇਹ ਗੱਲ ਮੰਨੀ ਆ ਕਿ ਵੱਡੀਆਂ ਧਿਰਾਂ ਦੇ ਨਾਲ ਸੀ। ਡਿੰਪੀ ਢਿੱਲੋਂ ਸਿਆਸੀ ਧਿਰ ਦੇ ਵੱਲੋਂ ਜਿਹੜੇ ਨੇ ਕੈਂਡੀਡੇਟ ਸੀ, ਕਹਿੰਦੇ ਕੈਂਡੀਡੇਟ ਹੀ ਸਾਹਮਣੇ ਵਾਲੀ ਧਿਰ ਦੇ ਵੱਲੋਂ ਇੰਨੇ ਮਜ਼ਬੂਤ ਦੇ ਦਿੱਤੇ ਗਏ ਸੀ। ਸੰਭਾਵੀ ਉਮੀਦਵਾਰ ਸ਼ੁਰੂ ਤੋਂ ਚੱਲੇ ਆ ਰਹੇ ਸੀ ਡਿੰਪੀ ਢਿੱਲੋਂ, ਹਾਲਾਂਕਿ ਉਹਨਾਂ ਦਾ ਅਨਾਉਂਸ ਕਾਫੀ ਬਾਅਦ ਦੇ ਵਿੱਚ ਕੀਤਾ ਗਿਆ। ਕਹਿੰਦੇ ਉਹਨਾਂ ਤੋਂ ਡਰ ਗਏ ਨੇ ਪੰਥਕ ਧਿਰ। ਨਹੀਂ, ਜਿਹੜੀ ਇਹ ਗੱਲ ਹੁੰਦੀ ਹੈ ਕਿ ਇਹ ਪੰਥਕ, ਜੇ ਆਪਾਂ ਦੂਸਰੇ ਕੈਂਡੀਡੇਟ ਗੱਲ ਕਰੀਏ ਤਾਂ ਫਿਰ ਖਡੂਰ ਸਾਹਿਬ ਦੀ ਸੀਟ ਤੇ ਵੀ ਸੀਗੇ, ਫਰੀਦਕੋਟ ਵਾਲੀ ਸੀਟ ਤੇ ਵੀ ਸੀ, ਉਦੋਂ ਵੀ ਸਾਰੀਆਂ ਪਾਰਟੀਆਂ ਸੀਗੀਆਂ ਉਦੋਂ, ਪਰ ਪੰਥ 'ਚ ਵਖਰੇਵਾਂ ਨਹੀਂ ਸੀਗਾ। ਉਹ ਸੀਟਾਂ ਇੱਕੋ ਕੈਂਡੀਡੇਟ ਪੰਥ ਇਕੱਠੇ ਹੋ ਕੇ ਲੜਿਆ। ਪਰ ਜਦੋਂ ਪੰਥ ਦੀ ਗੱਲ ਆ ਜਾਂਦੀ ਆ ਨਾ, ਉਦੋਂ ਪੰਥ ਮੂਹਰੇ ਫਿਰ ਕੋਈ ਪਾਰਟੀ ਨਹੀਂ ਖੜਦੀ ਗੀ। ਪੰਥ ਜੇ ਆਪਾਂ ਗੱਲ ਕਰੀਏ ਜਾਂ ਆਪਣਾ ਇਹ ਗੱਲ ਕਰੀਏ ਤਾਂ ਫਿਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਥੱਲੇ ਆ ਜਾਂਦੀਆਂ, ਧਰਮ ਉੱਪਰ ਹੋ ਜਾਂਦਾ ਗਾ। ਧਰਮ ਜਦੋਂ ਨਾਲ ਖੜਦਾ ਤੇ ਪੰਥ ਨਾਲ ਖੜਦਾ, ਫਿਰ ਡਰ ਵਾਲੀ ਕੋਈ ਗੱਲ ਨਹੀਂ ਰਹਿੰਦੀ। ਪੰਥਕ ਉਮੀਦਵਾਰ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਵੀ ਆਪਣੀ ਅਨਾਉਂਸਮੈਂਟ ਜਿਹੜੀ ਹੈ ਇਸੇ ਹਲਕੇ ਤੋਂ ਕੀਤੀ ਗਈ ਸੀ। ਉਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਤੁਹਾਨੂੰ ਆਪਣਾ ਉਮੀਦਵਾਰ ਬਣਾ ਲਿਆ ਗਿਆ। ਉਸ ਤੋਂ ਬਾਅਦ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜੇ ਨੇ, ਉਹਨਾਂ ਦੇ ਫਾਦਰ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਆ ਕੌਮ ਦੇ ਲਈ, ਹੈ ਨਾ, ਉਹ ਚੋਣ ਮੈਦਾਨ ਦੇ ਵਿੱਚ ਆ ਗਏ। ਹੁਣ ਤੁਸੀਂ ਇੱਕਦਮ ਵਾਪਸ ਹੋ ਜਾਂਦੇ ਹੋ। ਇਹ ਫੈਸਲਾ ਸਮੂਹ ਪੰਥਕ ਧਿਰਾਂ ਦਾ ਫੈਸਲਾ ਹੈ ਜਾਂ ਮਨਦੀਪ ਸਿੱਧੂ ਦਾ ਨਿੱਜੀ ਫੈਸਲਾ? ਨਹੀਂ, ਮੇਰਾ ਨਿੱਜੀ ਫੈਸਲਾ ਨਹੀਂ। ਜਿਵੇਂ ਮੈਂ ਤੁਹਾਨੂੰ ਦੱਸਿਆ, ਮੇਰੀ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਵੀ ਗੱਲ ਹੋਈ, ਭਾਈ ਅਮਰਤਪਾਲ ਸਿੰਘ ਉਹਨਾਂ ਦੇ ਪਰਿਵਾਰ ਨਾਲ ਵੀ ਗੱਲ ਹੋਈ, ਹੋਰ ਵੀ ਜਿਹੜੇ ਆਪਣੇ ਨਾਮ ਵਿਡਰੋਲ ਕਰਨ ਤੋਂ ਪਹਿਲਾਂ ਨਾਮ ਵਿਡਰੋ ਸਾਹਿਬ ਨਾਲ ਗੱਲ ਕਰਕੇ ਹੀ ਕੀਤਾ, ਕਿਉਂਕਿ ਮੇਰਾ ਇੰਡੀਵਿਜੂਅਲ ਫੈਸਲਾ ਨਹੀਂ ਸੀ। ਜੇ ਮੈਨੂੰ ਸਾਰਿਆਂ ਨੇ ਇਕੱਠਿਆਂ ਹੋ ਕੇ ਮੈਨੂੰ ਐਜ਼ ਅ ਕੈਂਡੀਡੇਟ ਅਨਾਉਂਸ ਕੀਤਾ ਸੀ ਤਾਂ ਸਾਰਿਆਂ ਦੇ ਹੀ ਫੈਸਲੇ, ਕਿਉਂਕਿ ਸਾਰੀ ਸੰਗਤ ਦੇ ਫੈਸਲੇ ਦੇ ਨਾਲ ਹੀ ਅਸੀਂ ਚੱਲਾਂਗੇ। ਮੈਂ ਮਨਦੀਪ ਸਿੱਧੂ ਕੋਈ ਇੰਨਾ ਵੱਡਾ ਨਹੀਂਗਾ ਵੀ ਉਹ ਆਪਦੇ ਇੰਡੀਵਿਜੂਅਲ ਫੈਸਲੇ ਲੈ ਲੇ,
ਪੰਥ ਮੂਰੇ ਮੈਂ ਬਹੁਤ ਇੱਕ ਛੋਟਾ ਜਿਹਾ ਨਿਮਾਣਾ ਜਿਹਾ, ਤੇ ਇਹੀ ਆਸ ਵੀ ਅਸੀਂ ਇਹੀ ਕਰਦੇ ਹਾਂ ਵੀ ਅਸੀਂ ਪੰਥ ਦੇ ਨਾਲ ਲੈ ਕੇ ਰਹਿ ਕੇ ਪੰਥ ਨੂੰ ਆਪਾਂ ਉੱਪਰ ਲੈ ਕੇ ਜਾਣਾਗਾ। ਉਸ ਲਈ ਆਪਾਂ ਇਹ ਫੈਸਲੇ ਕਈ ਵਾਰੀ ਲਏ ਜਾਂਦੇ ਆ ਵੀ ਆਪਦਾ ਪਰਸਨਲ ਜੇ ਆਪਾਂ ਕਹਿ ਲਈਏ ਮੋਟਿਵ ਛੱਡ ਕੇ ਪੰਥ ਨਾਲ ਖੜਨਾ ਪੈਂਦਾ ਹੁੰਦਾ ਗਾ। ਕਾਫੀ ਲੋਕ ਇਹ ਵੀ ਕਹਿੰਦੇ ਵੀ ਸੁਖਰਾਜ ਸਿੰਘ ਦੀ ਅੜੀ ਕਰਕੇ ਪੰਥਕ ਧਿਰਾਂ ਹਾਰ ਗਈਆਂ ਨੇ। ਕਹਿੰਦੇ ਸੁਖਰਾਜ ਸਿੰਘ ਲੰਮਾ ਸਮਾਂ ਉਹਨਾਂ ਨੇ ਉੱਥੇ ਸੰਘਰਸ਼ ਵੀ ਕੀਤਾ ਹੈ, ਉਹਨਾਂ ਦਾ ਇਲਾਕਾ ਹੈਗਾ, ਕਹਿੰਦੇ ਇਸ ਕਰਕੇ ਸੁਖਰਾਜ ਸਿੰਘ ਦੀ ਅੜੀ ਸਾਹਮਣੇ। ਨਹੀਂ ਚਲੋ ਫਿਰ ਹੁਣ ਉਹੀ ਤਾਂ ਮੈਂ ਗੱਲ ਕਰਦਾ ਵੀ ਆਪਾਂ ਦੋ ਫਾੜ ਨਹੀਂ ਕਰਨਾਗਾ। ਜੇ ਹੁਣ ਆਪਦਾ ਇੰਡੀਵਿਜੂਅਲ ਕੈਰੀਅਰ ਜੇ ਮੈਂ ਉਹੀ ਗੱਲ ਕਰਾਂ ਬਾਈ ਦੀਪ ਨੇ ਦੇਖਣਾ ਹੁੰਦਾ ਜਾਂ ਅਸੀਂ ਐਜ਼ ਅ ਪਰਿਵਾਰਕ ਦੇਖਣਾ ਹੁੰਦਾ ਤਾਂ ਅਸੀਂ ਬਹੁਤ ਪਹਿਲਾਂ ਪੋਲੀਟੀਕਲ ਬੈਨੀਫਿਟਸ ਬਹੁਤ ਪਾਰਟੀਆਂ ਤੋਂ ਲੈ ਸਕਦੇ ਸੀਗੇ। ਅਸੀਂ ਪੰਥ ਨਾਲ ਜਿਵੇਂ ਬਾਈ ਦੀਪ ਆ ਕੇ ਖੜਾ, ਉਹ ਵੀ ਆਪਦਾ ਸਾਰਾ ਕੁਝ ਛੱਡ ਕੇ ਖੜਾ ਸੀ, ਤਾਂ ਬਾਈ ਦਾ ਜਿਵੇਂ ਬ੍ਰਦਰ ਹੋਣ ਕਰਕੇ ਤਾਂ ਮੇਰਾ ਵੀ ਇਹ ਫਰਜ਼ ਬਣਦਾ ਵੀ ਪਹਿਲਾਂ ਅਸੀਂ ਪੰਥ ਨੂੰ ਪ੍ਰੈਫਰੈਂਸ ਦਈਏ ਤੇ ਪੰਥ ਦੀ ਅੱਜ ਦੀ ਇਹੀ ਆਵਾਜ਼ ਸੀ ਵੀ ਦੋ ਫਾੜ ਨਾ ਕਰੀਏ, ਇਕੱਠਿਆਂ ਰਹਿ ਕੇ ਚੱਲੀਏ, ਤਾਂ ਉਹਦੇ ਲਈ ਇਹ ਸਾਰੇ ਫੈਸਲੇ ਲਏ ਗਏ। ਮਲਾਲ ਹੈ ਉਮੀਦਵਾਰੀ ਛੱਡਣ ਦਾ, ਕਿਉਂਕਿ ਉਸ ਹਲਕੇ ਦੇ ਵਿੱਚ ਗੱਲਾਂ ਇਹ ਵੀ ਉੱਠ ਰਹੀਆਂ ਸੀ ਕਿ ਜੇਕਰ ਪੰਥਕ ਉਮੀਦਵਾਰ ਦੇ ਤੌਰ ਤੇ ਕੋਈ ਇਹ ਸੀਟ ਜਿੱਤ ਸਕਦਾ ਤਾਂ ਉਸ ਦੇ ਵਿੱਚ ਮਨਦੀਪ ਸਿੱਧੂ ਸਭ ਤੋਂ ਜ਼ਿਆਦਾ ਤਕੜਾ ਉਮੀਦਵਾਰ ਨਿਕਲ ਕੇ ਸਾਹਮਣੇ ਆ ਸਕਦਾ ਜੇਕਰ ਡਿੰਪੀ ਢਿੱਲੋਂ ਵਰਗੇ ਵੱਡੇ ਧਨਾੜ ਨੂੰ ਜੇ ਕੋਈ ਟੱਕਰ ਜਿਹੜੀ ਦੇ ਸਕਦਾ। ਮਲਾਲ ਹੈ ਕੋਈ? ਇਹ ਤਾਂ ਹੁਣ ਮੈਂ ਕਹੂੰਗਾ ਵੀ ਜੋ ਪੰਥ ਦਾ ਸਾਰਾ ਸਿਰ ਮੱਥੇ ਹੈ ਜੀ, ਜੋ ਸੰਗਤ ਦਾ ਫੈਸਲਾ ਹੋਊਗਾ ਉਹੀ ਮੰਨਿਆ ਜਾਂਦਾਗਾ। ਤੇ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਆਪਾਂ ਦੋ ਫਾੜ ਨਹੀਂ ਕਰਨੀ ਸੀਗੀ, ਆਪਾਂ ਸਾਂਝੀਵਾਲਤਾ ਦਾ ਇੱਕ ਹੋਣ ਦਾ ਪ੍ਰਤੀਕ ਦੇਣਾਗਾ ਤੇ ਬਹੁਤ ਕੁਝ ਛੱਡਣਾ ਪੈਂਦਾ ਹੁੰਦਾ ਵਿੱਚ ਇੱਕ ਸੀਟ ਵੀ ਸਹੀ, ਕੋਈ ਗੱਲ ਨਹੀਂ ਜੀ। ਸੁਖਰਾਜ ਉਹਨਾਂ ਦੇ ਨਾਲ ਗੱਲ ਹੋਈ ਆ ਤੁਹਾਡੀ ਉਮੀਦਵਾਰੀ ਛੱਡਣ ਤੋਂ ਬਾਅਦ? ਨਹੀਂ, ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ, ਪਹਿਲਾਂ ਜ਼ਰੂਰ ਮਿਲੇ ਆ, ਕਿਉਂਕਿ ਪਿੱਛੇ ਜਿਹੜਾ ਇਨਸੀਡੈਂਟ ਬਾਈ ਗੁਰਪ੍ਰੀਤ ਹਰੀਨੌ ਵਾਲਾ ਹੋਇਆਗਾ ਉੱਥੇ ਜਦੋਂ ਗਏ ਆ, ਪਹਿਲਾਂ ਪਰਿਵਾਰ 'ਚ ਵੀ ਗਏ ਆ, ਉਦੋਂ ਵੀ ਸੁਖਰਾਜ ਉੱਥੇ ਹੀ ਸੀ, ਫਿਰ ਉਸ ਤੋਂ ਬਾਅਦ ਸੰਸਕਾਰ ਵੇਲੇ ਉੱਥੇ ਗੱਲਾਂ ਹੋਈਆਂ, ਪਰ ਇਸ ਲੈਵਲ ਤੇ ਪੋਲੀਟੀਕਲ ਲੈਵਲ ਤੇ ਕੋਈ ਗੱਲਬਾਤ ਨਹੀਂ। ਸਿੱਧਾ ਸਵਾਲ ਜੇ ਕਰਾਂ, ਸੁਖਰਾਜ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰੋਗੇ? ਕਿਉਂਕਿ ਪੰਥਕ ਇਕੱਤਰਤਾ ਦੀ ਗੱਲ ਕਰਦੇ ਹੋ, ਪੰਥਕ ਇਕੱਤਰਤਾ ਦੀ ਗੱਲ ਬਾਈ ਦੀਪ ਸਿੱਧੂ ਵੀ ਕਰਦਾ ਸੀ, ਪ੍ਰਚਾਰ ਕਰੋਗੇ? ਇਹੀ ਗੱਲ ਆ, ਪੰਥ ਨਾਲ ਖੜੇ ਆ, ਪਹਿਲਾਂ ਵੀ ਖੜੇ ਸੀ, ਅੱਜ ਵੀ ਖੜੇ ਆ, ਕੱਲ ਨੂੰ ਵੀ ਖੜਾਂਗੇ ਜੀ। ਅੱਛਾ ਬਾਈ, ਦੀਪ ਸਿੱਧੂ ਦੇ ਭਰਾ ਹੋ, ਦੀਪ ਨੂੰ ਕਾਫੀ ਨੇੜੇ ਤੋਂ ਜਾਣਦੇ ਹੋ, ਪੰਥਕ ਸਿਆਸਤ ਪੰਜਾਬ ਦੀ ਡਿਮਾਂਡ ਹੈਗੀ ਹੈ ਇਸ ਸਮੇਂ, ਦੀਪ ਬਾਈ ਦੀ ਸੋਚ ਕੀ ਕਹਿੰਦੀ ਸੀ ਪੰਜਾਬ ਦੀ ਮੌਜੂਦਾ ਸਿਆਸਤ ਨੂੰ ਲੈ ਕੇ? ਕਿਉਂਕਿ ਕਾਫੀ ਸਪੀਚਾਂ ਵੀ ਬਾਈ ਦੀਆਂ ਇਸ ਬਾਰੇ ਅਕਸਰ ਸੁਣਨ ਨੂੰ ਮਿਲਦੀਆਂ ਨੇ, ਐਕਟਿਵ ਪੋਲਿਟਿਕਸ ਬਾਰੇ ਬਾਈ ਦੀ ਸੋਚ ਕੀ ਹੈ? ਦੇਖੋ, ਬਾਈ ਦੀ ਜਿਹੜੀ ਸੋਚ ਸੀ ਤੁਸੀਂ ਆਪ ਵੀ ਸਾਰੇ ਜਾਣੀ ਜਾਣੋ ਵੀ ਬਾਈ ਕਹਿੰਦਾ ਸੀ ਕੋਈ ਸਪੇਸ ਖਾਲੀ ਨਹੀਂ ਛੱਡਣੀ, ਕਿਉਂਕਿ ਜੇ ਛੱਡਾਂਗੇ ਤਾਂ ਕੋਈ ਨਾ ਕੋਈ ਉਹਨੂੰ ਕੈਪਚਰ ਕਰ ਲੂਗਾ। ਜੇ ਪਹਿਲਾਂ ਆਪਾਂ ਪੰਥਕ ਹੋਈਏ, ਪਹਿਲਾਂ ਆਪਾਂ ਆਪਣਾ ਧਰਮ ਬਚਾਉਣਾਗਾ ਤੇ ਫਿਰ ਆਪਾਂ ਪੋਲੀਟੀਕਲ ਜਿਹੜੀ ਅਪਰੋਚ ਆ ਇਹ ਵੀ ਕਿਉਂ ਛੱਡੀਏ, ਕਿਉਂਕਿ ਕਿਤੇ ਨਾ ਕਿਤੇ ਆਪਾਂ ਨੂੰ ਪੋਲੀਟੀਕਲ ਵੀ ਹੋਣਾ ਪਊਗਾ ਜੇ ਆਪਾਂ ਸਟਰੋਂਗ ਹੋਣਾਗਾ। ਜੇ ਆਪਾਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਉਹ ਧਰਮ ਦੇ ਨਾਲ ਨਾਲ ਆਪਾਂ ਨੂੰ ਪੋਲੀਟੀਕਲ ਹੋ ਕੇ ਵੀ ਆਪਣੇ ਹੱਕ ਲੈਣੇ ਪੈਣਗੇ। ਐਕਟਿਵ ਪੋਲਿਟਿਕਸ ਦੇ ਵਿੱਚ ਆਉਣਾ ਚਾਹੁੰਦਾ ਸੀ ਸਿੱਧੂ ਪਰਿਵਾਰ? ਨਹੀਂ, ਦੇਖੋ ਜੇ ਹੁਣ ਆਪਾਂ ਉਹੀ ਗੱਲ ਕਰੀਏ ਵੀ ਪੋਲਿਟਿਕਸ, ਪਰ ਪਹਿਲਾਂ ਧਰਮ ਨੂੰ ਰੱਖ ਕੇ ਇਹ ਚੀਜ਼ ਅਸੀਂ ਦੇਖਾਂਗੇ, ਪਹਿਲਾਂ ਵੀ ਇਹ ਚੀਜ਼ ਰੱਖ ਕੇ ਸੋਚੀ ਸੀ ਤੇ ਹੁਣ ਵੀ ਅਗਾਂਹ ਫਿਊਚਰ 'ਚ ਵੀ ਇਹੀ ਪਹਿਲਾਂ ਧਰਮ ਰੱਖਾਂਗੇ ਜੀ, ਫਿਰ ਉਸ ਤੋਂ ਬਾਅਦ ਪੋਲੀਟੀਕਲ ਦੇਖਾਂਗੇ। ਬਾਈ ਜੀ, ਕਾਫੀ ਨਾ ਦਲਜੀਤ ਸਿੰਘ ਕਲਸੀ ਉਹਨਾਂ ਦੀ ਵੀ ਖਬਰ ਆਉਂਦੀ ਹੈ ਕਿ ਉਹ ਵੀ ਡੇਰਾ ਬਾਬਾ ਨਾਨਕ ਤੋਂ ਜਿਹੜਾ ਉਹ ਪਿੱਛੇ ਹਟ ਗਏ ਨੇ। ਕੁਲਵੰਤ ਸਿੰਘ ਰੌਕੇ ਉਹਨਾਂ ਦਾ ਵੀ ਕਿਹਾ ਜਾਂਦਾ ਕਿ ਬਰਨਾਲੇ ਤੋਂ ਸ਼ਾਇਦ ਉਹ ਜਿਹੜੇ ਨੇ ਚੋਣ ਵਿਧਾਨ ਸਭਾ ਦੀ ਇਹ ਨਾ ਲੜਨ। ਇਹ ਇੱਕਦਮ ਕਿਉਂ? ਇੱਕਦਮ ਅਮਰਤਪਾਲ ਸਿੰਘ ਉਹਨਾਂ ਦੇ ਸਾਥੀ ਜਾਂ ਦੀਪ ਸਿੱਧੂ ਦੇ ਨਜ਼ਦੀਕੀ ਇੱਕ ਸਮੇਂ ਰਹੇ ਲੋਕ ਜਿਹੜੇ ਨੇ ਪੋਲਿਟਿਕਸ ਦੇ ਵਿੱਚ ਅਨਾਉਂਸ ਕਰਦੇ ਨੇ, ਪਰ ਕੁਲਵੰਤ ਸਿੰਘ ਰੌਕੇ ਦਾ ਜਿਹੜਾ ਉਹ ਡਰਾਵਣਾ ਇਨਸੀਡੈਂਟ ਇੱਕ ਹੋ ਜਾਂਦਾ, ਉਸ ਤੋਂ ਬਾਅਦ ਇੱਕਦਮ ਸਾਰਿਆਂ ਦਾ ਪਿੱਛੇ ਹਟ ਜਾਣਾ। ਦੇਖੋ, ਇਹ ਗੱਲ ਹੈਗੀ ਆ ਵੀ ਪਹਿਲਾਂ ਸਾਰੀਆਂ ਸੀਟਾਂ ਤੇ ਇਲੈਕਸ਼ਨ ਸੀਗੀ, ਫਿਰ ਜਦੋਂ ਮੈਂ ਉੱਥੇ ਮਿਲਿਆ ਵੀ ਆ ਜਾ ਕੇ ਜੇਲ੍ਹ 'ਚ, ਤੇ ਇਹੀ ਚੀਜ਼ ਵੀ ਹੋਈ ਵੀ ਆਪਾਂ ਇਹ ਤੇ ਪਹਿਲਾਂ ਵਰਕਆਊਟ ਕਰ ਲਈਏ। ਤੇ ਜਿਵੇਂ ਬਾਈ ਦਾ ਵੀ ਮੈਨੂੰ ਅੱਜ ਹੀ ਪਤਾ ਲੱਗਿਆਗਾ ਵੀ ਬਾਈ ਦਲਜੀਤ ਕਲਸੀ ਨੇ ਵੀ ਆਪਦਾ ਉੱਥੋਂ ਨਹੀਂ ਲੜਨ ਦਾ ਫੈਸਲਾ ਵੀ ਠੀਕ ਆ, ਕਿਉਂਕਿ ਜੇ ਅੱਜ ਆਪਾਂ ਗੱਲ ਕਰੀਏ ਬਾਈ ਇਲੈਕਸ਼ਨਸ 'ਚ ਆਪਾਂ ਇਹ ਚੋਣਾਂ ਨਹੀਂ ਲੜ ਰਹੇ, ਪਰ ਠੀਕ ਆ, ਇਹ ਵੀ ਗੱਲ ਆ ਵੀ ਅਸੀਂ ਸਾਰੇ ਪੰਥਕ ਸੀਟਾਂ ਤੇ ਹੋ ਕੇ 27 ਦੀ ਜ਼ਰੂਰ ਤਿਆਰੀ ਕਰਾਂਗੇ ਵੀ ਇਹ ਜੋ ਪੰਥ ਦਾ ਫੈਸਲਾ ਹੋਊ ਕੌਮ ਦਾ, ਤੇ ਜਿਵੇਂ ਆਪਣਾ ਸਾਰੇ ਸੰਗਤ ਦਾ ਫੈਸਲਾ ਹੋਊਗਾ ਉਹ 27 'ਚ ਉਸ ਤੇ ਵਰਕਆਊਟ ਕਰ ਲਾਂਗੇ। 27 ਦਾ ਐਲਾਨ ਕਰ ਰਹੇ ਹੋ ਸਿੱਧਾ ਕਿ 27 ਦੇ ਵਿੱਚ ਅਮਰਤਪਾਲ ਸਿੰਘ ਉਹਨਾਂ ਦੇ ਸਾਥੀ ਤੇ ਮਨਦੀਪ ਸਿੱਧੂ ਸਿੱਧੇ ਐਕਟਿਵ ਪੋਲਿਟਿਕਸ ਦੇ ਵਿੱਚ ਆ ਰਹੇ ਨੇ? ਨਹੀਂ, ਦੇਖੋ ਇਸ ਚੀਜ਼ ਤੇ ਵਰਕ ਕਰਾਂਗੇ, ਜੋ ਸੰਗਤ ਦਾ ਫੈਸਲਾ ਹੋਊਗਾ ਉਹਦੇ ਅਕੋਰਡਿੰਗ ਹੀ ਵਰਕ ਕਰਾਂਗੇ ਜੀ। ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਨੇ, ਪਿੱਛੇ ਜੇ ਇਨਸੀਡੈਂਟ ਹੁੰਦਾ ਗੁਰਪ੍ਰੀਤ ਸਿੰਘ ਹਰੀਨੌ ਦਾ, ਫਿਰ ਉਹੀ ਗੱਲ ਕਰਦਾ, ਉਹਨਾਂ ਦਾ ਨਾਮ ਜਿਹੜਾ ਜੋੜ ਦਿੱਤਾ ਜਾਂਦਾ। ਡੀਜੀਪੀ
ਜਿਹੜੇ ਨੇ ਡੀਜੀਪੀ ਸਾਹਿਬ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਖਾਸ ਤੌਰ ਤੇ ਕਰਦੇ ਨੇ ਤੇ ਮੈਂਬਰ ਪਾਰਲੀਮੈਂਟ ਦਾ ਇੱਕ ਮੌਜੂਦਾ ਐਮਪੀ ਦਾ ਨਾਮ ਜੁੜ ਜਾਣਾ, ਇੱਕ ਵਕੀਲ ਵੀ ਹੋ, ਇੱਕ ਕਾਨੂੰਨੀ ਪੱਖ ਤੋਂ। ਦੇਖੋ ਇਹ ਗੱਲ ਕਾਨੂੰਨੀ ਪੱਖ ਦੀ ਤਾਂ ਬਾਅਦ 'ਚ ਆ, ਪਹਿਲਾਂ ਮੈਂ ਗੱਲ ਕਰੂੰਗਾ ਵੀ ਜਿਹੜੀ ਬਾਈ ਹਰੀਨੌਂ ਦੀ ਸੀ, ਗੁਰਪ੍ਰੀਤ ਹਰੀਨੌਂ ਦੀ, ਉਹਨਾਂ ਦੀ ਇੱਕ ਫੇਸਬੁੱਕ ਲੜਾਈ ਸੀਗੀ, ਉਸ ਨੂੰ ਇੱਕ ਤੁਸੀਂ ਕਹ ਲਓ ਵੀ ਰੂਪਰੇਖਾ ਕਿਸੇ ਹੋਰ ਢੰਗ ਨਾਲ ਦਿੱਤੀ ਗਈ ਹੈਗੀ। ਇਹ ਇੱਕ ਭਰਾ ਮਾਰੂ ਜੰਗ ਦਾ ਇਹਨੂੰ ਇੱਕ ਸਿਨੈਰੀਓ ਦੇਣਾ ਚਾਹਿਆ ਗਿਆ ਹੈਗਾ, ਜਿਹੜੀ ਕਿ ਇਹ ਗੱਲ ਨਹੀਂ ਹੈਗੀ ਗੀ, ਕਿਉਂਕਿ ਗੱਲ ਸਿਰਫ ਲੜਾਈ ਫੇਸਬੁੱਕ ਦੀ ਸੀਗੀ, ਉਹਨੂੰ ਇਨਸੀਡੈਂਟ ਕਿਸੇ ਹੋਰ, ਜੇ ਇਹ ਐਂਗਲ ਜਿਵੇਂ ਡੀਜੀਪੀ ਸਾਹਿਬ ਦੀ ਆਪਾਂ ਗੱਲ ਕਰੀਏ ਵੀ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਆ, ਉਹਨਾਂ ਨੇ ਲਿੰਕ ਕਰਤਾ ਮੌਜੂਦਾ ਐਮਪੀ ਨੂੰ ਇਸ ਦੇ ਨਾਲ, ਉਹਨਾਂ ਨੇ ਤਾਂ ਇੱਕ ਪੱਖ ਦੇਖ ਲਿਆ, ਫਿਰ ਇਸ ਦਾ ਇੱਕ ਪੱਖ ਹੋਰ ਵੀ ਆ ਵੀ ਜੇ ਆਪਾਂ ਗੱਲ ਕਰੀਏ ਗੁਰਪ੍ਰੀਤ ਹਰੀਨੌਂ ਜ਼ਿਆਦਾ ਲਿੰਕ 'ਚ ਇਸ ਟਾਈਮ ਤੇ ਬਾਈ ਸੁਖਰਾਜ ਨਾਲ ਸੀਗਾ, ਤੇ ਸੁਖਰਾਜ ਨਾਲ ਗੱਲ ਕਰਦੇ ਆ ਤਾਂ ਉਸ ਤੋਂ ਬਾਅਦ ਫਿਰ ਬਾਈਬਲ ਦਾ ਵੀ ਤੇ ਆਪਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਵੀ ਆਉਂਦਾ ਗਾ, ਉਸ ਤੋਂ ਬਾਅਦ ਸਰਸਾ ਸਾਧ ਵਾਲਾ ਐਂਗਲ ਵੀ ਆਉਂਦਾ ਗਾ, ਫਿਰ ਉਹ ਐਂਗਲ ਕਿਉਂ ਅਨਟੱਚ ਰੱਖਿਆ? ਕਾਫੀ ਜਗ੍ਹਾ ਐਕਟਿਵ ਰਹੇ ਨੇ ਗੁਰਪ੍ਰੀਤ, ਬਿਲਕੁਲ ਉਧਰੋਂ ਵੀ ਐਕਟਿਵ ਰਿਹਾ ਗਾ। ਫਿਰ ਸਿਰਫ ਇੱਕ ਪਾਸੇ ਤੁਸੀਂ ਸਿਰਫ ਫੇਸਬੁੱਕ ਦੀਆਂ ਇੱਕ ਦੋ ਜੇ ਆਪਾਂ ਗੱਲ ਕਰੀਏ 2-3 ਪੋਸਟਾਂ ਨੂੰ ਤੁਸੀਂ ਇਸ ਚੀਜ਼ ਨਾਲ ਇੰਡਲਜ ਕਰਨਾ, ਤੇ ਫਿਰ ਇਹ ਤਾਂ ਦੂਜੇ ਪਾਸੇ ਵੀ ਇੰਡਲਜ ਹੁੰਦਾ ਗਾ, ਕਿਉਂਕਿ ਬੇਅਦਬੀ ਵਾਲਾ ਵੀ ਬਹੁਤ ਵੱਡਾ ਮਸਲਾ ਸੀ, ਉਸ 'ਚ ਵੀ ਇਹ ਬਹੁਤ ਐਕਟਿਵਲੀ ਪਾਰਟਿਸਿਪੇਟ ਕੀਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਮੈਟਰ 'ਚ ਵੀ ਬਹੁਤ ਐਕਟਿਵਲੀ ਪਾਰਟਿਸਿਪੇਟ ਸੀਗਾ, ਤਾਂ ਫਿਰ ਆਪਾਂ ਕਹਿ ਲਾਂਗੇ ਵੀ ਉਹ ਦੂਸਰਾ ਐਂਗਲ ਵੀ ਅਨਟੱਚ ਨਹੀਂ ਨਾ ਰਹਿ ਸਕਦਾ ਗਾ, ਉਸ ਨੂੰ ਉਸ ਐਂਗਲ ਤੋਂ ਵੀ ਸੋਚਣਾ ਪੈਣਾ ਗਾ। ਇਹ ਚੀਜ਼ ਕਾਲੀ ਹੋਈ ਆ ਪੰਜਾਬ ਪੁਲਿਸ ਤੋਂ, ਇਹ ਜਲਦਬਾਜ਼ੀ ਦੇ ਵਿੱਚ ਦਿੱਤਾ ਗਿਆ ਬਿਲਕੁਲ। ਇਹਦਾ ਜਿਵੇਂ ਇਹਦੀ ਇੱਕ ਬਹੁਤ ਉੱਚ ਪੱਧਰੀ ਲੈਵਲ ਤੇ ਇਨਕੁਆਇਰੀ ਹੋਣੀ ਚਾਹੀਦੀ ਹੈਗੀ, ਆਲ ਆਫ ਅ ਸਡਨ ਇੰਨਾ ਕਰਕੇ ਇੱਕ ਨਾਮ ਇੰਡਲਜ ਕਰਨਾ, ਜਿਹੜਾ ਕਿ ਉਸ ਬੰਦੇ ਦਾ ਇੰਡਲਜ ਕਰਨਾ ਜਿਹੜਾ ਕਿ ਇੱਕ ਨੈਸ਼ਨਲ ਸਿਕਿਉਰਿਟੀ ਐਕਟ ਅੰਡਰ ਜੇਲ੍ਹ 'ਚ ਹੋਵੇ, ਪਿਛਲੇ 1.5-2 ਸਾਲ ਤੋਂ ਅੰਦਰ ਆ, ਇਹ ਨੈਸ਼ਨਲ ਸਿਕਿਉਰਿਟੀ ਐਕਟ 'ਚ ਇੱਕ ਤੁਹਾਡੀ ਤੁਸੀਂ ਇੱਕ ਆਮ ਕੈਦੀ ਨਹੀਂ ਹੁੰਦੇਗੇ, ਤੁਹਾਡੀ ਹਰੇਕ ਚੀਜ਼ ਮੋਨੀਟਰ ਹੁੰਦੀ ਆ, ਤੁਹਾਨੂੰ ਈਜ਼ੀਲੀ ਫੋਨ ਕਾਲਸ ਵੀ ਅਵੇਲੇਬਲ ਨਹੀਂ ਹੈਗੀਆਂ ਉੱਥੇ, ਜੇ ਫੋਨ ਕਾਲਸ ਅਵੇਲੇਬਲ ਵੀ ਹੈਗੀਆਂ ਉਹ ਵੀ ਆ ਅੰਡਰ ਸਰਵੇਲੈਂਸ ਆ, ਤਾਂ ਇਹ ਹਾਊ ਇਟ ਕੈਨ ਬੀ ਪੋਸੀਬਲ? ਜੇ ਇਹਨੂੰ ਲੀਗਲ ਟਰਮਸ ਤੋਂ ਦੇਖੀਏ ਵੀ ਇਹ ਕਨੈਕਟ ਕਰਨਾ ਇਟ ਵਿਲ ਬੀ ਅ ਵੈਰੀ ਡਿਫਿਕਲਟ ਟਾਸਕ ਫॉर ਦ ਪੁਲਿਸ ਆਲਸੋ। ਸਿਰਫ ਇੱਕ ਗੱਲ ਕਰਨੀ ਵੀ ਯੂ ਜਸਟ ਇੰਡਲਜ ਹਿਜ਼ ਨੇਮ, ਵੀ ਉਹਦਾ ਨਾਮ ਵਿੱਚ ਪਾਉਣਾ ਤੇ ਉਹਨੂੰ ਪ੍ਰੂਵ ਆਊਟ ਕਰਨਾ ਇਟਸ ਵੈਰੀ ਡਿਫਿਕਲਟ ਥਿੰਗ, ਐਂਡ ਮੈਨੂੰ ਨਹੀਂ ਲੱਗਦਾ ਵੀ ਇਸ 'ਚ ਐਜ਼ ਪਰ ਕੋਰਟਸ 'ਚ ਜਾ ਕੇ ਅੱਗੇ ਪੋਸੀਬਲ ਹੋਣਾ। ਪਰ ਜੀ ਤੁਸੀਂ ਭਾਈ ਸਾਹਿਬ ਤੁਸੀਂ ਪੁਲਿਸ ਦੇ ਉੱਪਰ ਤਾਂ ਕਾਰਗੁਜ਼ਾਰੀ ਦੇ ਉੱਪਰ ਤਾਂ ਸਵਾਲ ਚੱਕੇ ਨੇ ਕਿ ਸਹੀ ਤਰੀਕੇ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ, ਪਰ ਗੁਰਪ੍ਰੀਤ ਹਰੀਨੌਂ ਦਾ ਜਿਹੜਾ ਪਰਿਵਾਰ ਆ, ਉਹਨਾਂ ਦੇ ਬ੍ਰਦਰ ਨੇ, ਉਹਨਾਂ ਦੇ ਵੱਲੋਂ ਵੀ ਸਿੱਧੇ ਐਲੀਗੇਸ਼ਨ ਜਿਹੜੇ ਨੇ ਅੰਮ੍ਰਿਤਪਾਲ ਗਰੁੱਪ ਦੇ ਉੱਪਰ ਹੀ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਨੇ। ਕਿਉਂਕਿ ਨਾ ਇਹ ਜਿਹੜਾ ਫੇਸ ਹੁੰਦਾ ਫੈਮਿਲੀ ਲਈ, ਇਹ ਬਹੁਤ ਡਿਫਿਕਲਟ ਫੇਸ ਹੁੰਦਾ ਗਾ, ਅਸੀਂ ਇਸ ਪਰਿਵਾਰ ਜਿਵੇਂ ਸਾਡਾ ਪਰਿਵਾਰ ਇਸ ਚੀਜ਼ ਚੋਂ ਨਿਕਲ ਚੁੱਕਿਆ, ਉਸ ਸਿਚੁਏਸ਼ਨ 'ਚ ਜਾ ਕੇ ਪਰਿਵਾਰ ਨੂੰ ਐਡੀ ਨਹੀਂ ਹਜੇ ਉਸ ਥਾਂ ਤੇ ਮੈਂਟਲ ਪੀਸ ਕੰਮ ਕਰ ਦੇਗੀ। ਤਾਂ ਇਹੀ ਗੱਲ ਆ ਵੀ ਜੋ ਪਰਿਵਾਰ ਨੇ, ਠੀਕ ਹੈ, ਅੰਡਰ ਵਾਟ ਸਰਕਮਸਟੈਂਸਿਸ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੋਣੀ ਹੈ ਕਿ ਉਹ ਤਾਂ ਹਜੇ ਪਰਿਵਾਰ ਹੀ ਜਾਣਦਾ ਨਾ, ਪਰ ਪੁਲਿਸ ਪਰਿਵਾਰ ਕੋਲੇ ਕੋਈ ਆਪਦੀ ਇਨਵੈਸਟੀਗੇਸ਼ਨ ਕਰਨ ਦੀ ਉਹ ਨਹੀਂ ਹੁੰਦੀ ਕੈਪੈਸਿਟੀ, ਪਰ ਪੁਲਿਸ ਹੈਜ਼ ਆਪਣੇ ਕੋਲ ਇਨਵੈਸਟੀਗੇਸ਼ਨ ਏਜੰਸੀਜ਼ ਹੈਗੀਆਂ, ਦੇ ਹੈਵ ਟੂ ਵਰਕ ਔਨ ਇਟ, ਉਹਦੇ ਅਕੋਰਡਿੰਗ ਉਹਨਾਂ ਨੇ ਵਰਕ ਕਰਨਾ ਸੀ, ਉਹਨਾਂ ਕੋਲੇ ਕੋਈ ਪ੍ਰੈਸ਼ਰ ਨਹੀਂ ਗਾ, ਨਥਿੰਗ ਐਲਸ ਔਨ ਦੈਟ, ਤਾਂ ਦੇ ਹੈਵ ਟੂ ਗਿਵ ਅ ਫੇਅਰ ਡਿਸੀਜਨ ਔਨ ਇਟ। ਤਾਂ ਮੈਨੂੰ ਲੱਗਦਾ ਵੀ ਇਹ ਪੁਲਿਸ ਨੇ ਵੀ ਹਜੇ ਵਿਦਆਊਟ ਇਨਵੈਸਟੀਗੇਸ਼ਨ ਬਹੁਤ ਜਲਦਬਾਜ਼ੀ 'ਚ ਆ ਕੇ ਫੈਸਲੇ ਲਏ ਗਏ। ਇਸ ਫੈਸਲੇ ਦਾ ਭਾਈ ਅਮਰਤਪਾਲ ਸਿੰਘ ਨੂੰ ਕੀ ਨੁਕਸਾਨ ਹੋ ਸਕਦਾ? ਇੱਕ ਤਾਂ ਸਿੱਧਾ ਕਿ ਮਰਡਰ ਦਾ ਐਲੀਗੇਸ਼ਨ ਜਿਹੜਾ ਉਹਨਾਂ ਦੇ ਉੱਪਰ ਲੱਗਿਆ ਇੱਕ ਐਮਪੀ ਤੌਰ ਤੇ, ਕਿਉਂਕਿ ਇਲੈਕਟਡ ਐਮਪੀ ਨੇ, ਲੱਖਾਂ ਵੋਟਾਂ ਦੇ ਵੱਡੇ ਮਾਰਜਨ ਦੇ ਨਾਲ ਉਹ ਜਿੱਤੇ ਨੇ, ਐਮਪੀਸ਼ਿਪ ਨੂੰ ਉਹਨਾਂ ਦੇ ਨੂੰ ਕੀ ਨੁਕਸਾਨ ਹੋ ਸਕਦਾ ਕਾਨੂੰਨੀ ਪੱਖ ਤੋਂ ਜੇਕਰ ਦੇਖਿਆ ਜਾਵੇ? ਐਮਪੀਸ਼ਿਪ ਨੂੰ ਹਜੇ ਤਾਂ ਇਸ ਚੀਜ਼ ਦਾ ਕੋਈ ਨਹੀਂ, ਉਹ ਤਾਂ ਜਦੋਂ ਪ੍ਰੂਵ ਹੋਣਾ ਕੇਸ ਜਾ ਕੇ ਕੋਰਟਸ 'ਚ ਜਾ ਕੇ ਪ੍ਰੂਵ ਹੋਣਾ, ਉਸ ਤੋਂ ਬਾਅਦ ਹੁੰਦਾਗਾ। ਇਹ ਤਾਂ ਜਿਵੇਂ ਮੈਂ ਕਹ ਲੂੰਗਾ ਵੀ ਜਿੱਥੇ 10 FIRs ਇੱਕ ਹੋਰ ਸੀ 11 ਹੋ ਗਈਆਂ, ਹਜੇ ਤਾਂ NSA 'ਚ ਨਾ ਅਰੈਸਟ ਹੋਣੀ ਆ, ਨਾ ਅਜੇ ਕੋਈ ਪੁੱਛਗਿੱਛ ਹੋਣੀ ਆ। once the NSA is completed, ਉਸ ਤੋਂ ਬਾਅਦ ਸਾਰਾ ਐਕਟ ਸਟਾਰਟ ਹੋਣਾ ਨਾ, ਜਾ ਕੇ ਜਦੋਂ ਉਹਨਾਂ ਨੂੰ ਅਰੈਸਟ ਪਊਗੀ ਉਸ ਤੋਂ ਬਾਅਦ ਹੀ ਆ। ਉਹ ਤਾਂ ਉਹੀ ਗੱਲ ਹੋਊਗੀ ਵੀ ਜਿੱਥੇ ਇੰਨੀਆਂ ਇੱਕ ਹੋਰ ਸਹੀ, ਉਹੀ ਗੱਲ ਹੋਊਗੀ।
ਭਾਈ ਸਾਹਿਬ ਇੱਕ ਆਖਰੀ ਸਵਾਲ ਮੈਂ ਤੁਹਾਨੂੰ ਕਰਨਾ ਹੈ ਇਸੇ ਰਾਜਨੀਤੀ ਨੂੰ ਲੈ ਕੇ। ਭਾਈ ਅਮਰਤਪਾਲ ਸਿੰਘ ਉਹਨਾਂ ਦੇ ਫਾਦਰ ਸਾਹਿਬ ਦੇ ਵੱਲੋਂ ਵੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ। ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ, ਉਹਨਾਂ ਦੇ ਵੱਲੋਂ ਵੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ। ਕਹਿੰਦੇ ਕਿ ਅਮਰਤਪਾਲ ਸਿੰਘ ਨੂੰ ਉਡੀਕ ਰਹੇ ਹਾਂ, ਉਹਨਾਂ ਦੇ ਸਾਥੀਆਂ ਨੂੰ ਅਸੀਂ ਉਡੀਕ ਰਹੇ ਹਾਂ, ਉਸ ਤੋਂ ਬਾਅਦ ਕੁਝ ਨਾ ਕੁਝ ਫੈਸਲਾ ਲਏਗਾ। ਸਿੱਧੂ ਪਰਿਵਾਰ ਉਸ ਸਿਆਸੀ ਪਾਰਟੀ ਦਾ ਜਿਹੜਾ ਇੱਕ ਅੰਗ ਹੋ ਸਕਦਾ, ਇੱਕ ਹਿੱਸਾ ਹੋ ਸਕਦਾ। ਦੇਖੋ ਇਹੀ ਹੈ ਵੀ ਜੋ ਸੰਗਤ ਦਾ ਫੈਸਲਾ ਹੋਊਗਾ ਇਹ ਸਾਡਾ ਪਰਿਵਾਰ ਵੀ ਉਸ ਤੇ ਸੰਗਤ ਦੇ ਫੈਸਲੇ ਤੋਂ ਅਸੀਂ ਨਾ ਬਾਹਰ ਹੋਏ ਆ ਨਾ ਹੋਵਾਂਗੇ। ਵੀ ਜ਼ਰੂਰ ਹੈ ਇੱਕ ਜਿੱਥੋਂ ਤੱਕ ਪਤਾ ਲੱਗਿਆ ਵੀ ਉਹ ਇੱਕ ਪਾਰਟੀ ਤੇ ਵਰਕਆਊਟ ਜ਼ਰੂਰ ਕਰ ਰਹੇ ਹੈਗੇ, ਨਾਲ ਵੀ ਹੈ ਕਈ ਵਾਰੀ ਗੱਲਬਾਤ ਵੀ ਹੋਈ ਹੈਗੀ ਵੀ ਇਸ ਚੀਜ਼ ਤੋਂ ਕੋਈ ਉਹ ਨਹੀਂਗਾ। ਇੱਕ ਜਿਵੇਂ ਆਪਾਂ ਕਹਿ ਲਈਏ ਇੱਕ ਇਸ ਚੀਜ਼ ਤੇ ਜ਼ਰੂਰ ਵਰਕਆਊਟ ਹੋਣਾ ਵੀ ਚਾਹੀਦਾ ਹੈਗਾ, ਕਿਉਂਕਿ ਜਿਹੜੀਆਂ ਆਪਣੀਆਂ ਪੋਲੀਟੀਕਲ ਪਾਰਟੀਆਂ ਆ, ਜਿਹੜੀਆਂ ਆਪਣੀਆਂ ਰੀਜਨਲ ਪੋਲੀਟੀਕਲ ਪਾਰਟੀਆਂ ਆ, ਉਹ ਆਪਦੇ ਮੁੱਦਿਆਂ ਤੋਂ ਇੰਨਾ ਜ਼ਿਆਦਾ ਭਟਕ ਚੁੱਕੀਆਂ ਗਈਆਂ ਕਿਉਂਕਿ ਉਹੀ ਇੱਕ ਵੈਕਿਊਮ ਕ੍ਰੀਏਟ ਹੋਇਆ ਪਿਆ, ਇੱਕ ਸਪੇਸ ਹੋਈ ਪਈ ਹੈਗੀ। ਸੋ ਉਹਨੂੰ ਜੇ ਆਪਾਂ ਨਹੀਂ ਕਵਰ ਕਰਾਂਗੇ ਤਾਂ ਉਹ ਕੋਈ ਨਾ ਕੋਈ ਜੇ ਆਪਾਂ ਕਹਿ ਲਈਏ ਫਿਰ ਤੋਂ ਆਪਣੇ ਤੇ ਜਿਹੜੀਆਂ ਸਟੇਟ ਜਾਂ ਸੈਂਟਰ ਦੀਆਂ ਗਵਰਨਮੈਂਟਸ ਆ ਕੇ ਹਾਵੀ ਹੋ ਜਾਣਗੀਆਂ। ਉਹਦਾ ਆਪਾਂ ਨੂੰ ਉਹੀ ਚੀਜ਼ ਉਸ ਤੇ ਕਰੂਗੀ ਜਿਹੜੀ ਧਾਰਮਿਕ ਪੱਖ ਨੂੰ ਪਹਿਲਾਂ ਰੱਖ ਕੇ ਚੱਲੂਗੀ, ਉਹੀ ਆਪਣੀ ਰੀਜਨਲ ਪਾਰਟੀ ਹੋਣੀ ਹੈਗੀ। ਜੇ ਆਪਾਂ ਨੂੰ ਉਸ ਤੇ ਆਪਾਂ ਨੂੰ ਇਕੱਠੇ ਹੋ ਕੇ ਵਰਕ ਕਰਨਾ ਪਊਗਾ, ਕਿਉਂਕਿ ਇਹ ਆਪਣਾ ਫਰਜ਼ ਬਣਦਾ ਹੈਗਾ ਵੀ ਆਪਾਂ ਵੀ ਉਸ ਚੀਜ਼ਾਂ ਤੇ ਵਰਕਆਊਟ ਕਰੀਏ, ਤੇ ਜੇ ਆਪਣਾ ਫਰਜ਼ ਆ ਤਾਂ ਫਿਰ ਆਪਾਂ ਨੂੰ ਉਹ ਕਰਨਾ ਹੀ ਪੈਣਾ ਜੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸੋ ਬਿਲਕੁਲ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਉਹਨਾਂ ਦੇ ਨਾਲ ਜ਼ਿਮਨੀ ਚੋਣਾਂ ਨੂੰ ਲੈ ਕੇ ਗੱਲਾਂ ਬਾਤਾਂ ਹੋਈਆਂ ਨੇ ਕਿ ਆਖਰ ਪੰਥ ਨੂੰ ਇਕੱਠਾ ਕਰਨ ਦੇ ਲਈ ਇਹ ਬਹੁਤ ਛੋਟੀ ਕੁਰਬਾਨੀ ਆ। ਜੇਕਰ ਮਨਦੀਪ ਸਿੱਧੂ ਦੇ ਇੱਕ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਤੋਂ ਪਿੱਛੇ ਹਟਣ ਦੇ ਨਾਲ ਸਾਰੇ ਪੰਥਕ ਆਗੂ ਇੱਕ ਝੰਡੇ ਥੱਲੇ ਇਕੱਠੇ ਹੁੰਦੇ ਨੇ ਤਾਂ ਇਸ ਦੇ ਵਿੱਚ ਗਲਤ ਵੀ ਕੋਈ ਨਹੀਂ। 2027 ਦੇ ਲਈ ਵੱਡੇ ਸੰਕੇਤ ਜਿਹੜੇ ਨੇ ਦਿੱਤੇ ਗਏ ਨੇ। 2027 ਦੀ ਪੋਲਿਟਿਕਸ ਦੇ ਵਿੱਚ ਦੀਪ ਸਿੱਧੂ ਦਾ ਭਰਾ ਜਾਂ ਉਹਨਾਂ ਦੇ ਸਪੋਰਟਰ ਜਿਹੜੇ ਨੇ ਖੁੱਲ ਕੇ ਸਾਹਮਣੇ ਆ ਸਕਦੇ ਨੇ, ਜਿਸ ਦੇ ਨਾਲ 2027 ਦਾ ਚੋਣ ਅਖਾੜਾ ਵੀ ਕਿਤੇ ਨਾ ਕਿਤੇ ਤਿਕੋਣਾ ਹੁੰਦਾ ਹੋਇਆ ਨਜ਼ਰ ਆਵੇਗਾ।